हाँ जी बेटा, नैक्सट आ गया 6.2 ਜਨਰਲ ਮੋਟਰ ਫਿਟਨੈਸ, ਜਿਹਨੂੰ ਬੈਰੋ 3 ਆਈਟਮ ਜਨਰਲ ਮੋਟਰ ਫਿਟਨੈਸ ਅਬਿਲਿਟੀ ਵੀ ਕਹਿੰਦੇ ਆ। ਇਹਦੇ ਵਿੱਚ ਬੇਟਾ ਸਭ ਤੋਂ ਪਹਿਲਾਂ ਤਾਂ ਬੈਰੋ ਮੋਟਰ ਅਬਿਲਿਟੀ ਟੈਸਟ 1953 ਵਿੱਚ ਡਾਕਟਰ ਹਾਰਲਡ ਐਮ ਬੈਰੋ ਵੱਲੋਂ ਡਿਵੈਲਪ ਕੀਤਾ ਗਿਆ ਸੀ। ਇਸ ਦਾ ਪਰਪਸ ਜਨਰਲ ਮੋਟਰ ਫਿਟਨੈਸ ਨੂੰ ਮੈਜ਼ਰ ਕਰਨ ਦੀ ਸਟੱਡੀ ਸੀ। ਇਸ ਟੈਸਟ ਦੀਆਂ 3 ਆਈਟਮ ਸੀ। ਹੁਣ ਵੇਖੋ ਬੇਟਾ, ਇਹਦੇ ਵਿੱਚ ਇੱਕ MCQ ਬਣ ਸਕਦਾ ਵਾ, ਬੈਰੋ ਮੋਟਰ ਅਬਿਲਿਟੀ ਟੈਸਟ ਕਦੋਂ ਡਿਵੈਲਪ ਕੀਤਾ ਗਿਆ? 1953 ਦੇ ਵਿੱਚ। ਹੁਣ ਇਹਦੀਆਂ ਜਿਹੜੀਆਂ 3 ਆਈਟਮਸ ਹੈਗੀਆਂ ਨੇ, ਪਹਿਲਾ ਹੈਗਾ ਜੀ ਸਟੈਂਡਿੰਗ ਬੋਰਡ ਜੰਪ। ਸਟੈਂਡਿੰਗ ਬੋਰਡ ਜੰਪ ਹੁੰਦਾ ਵਾ, ਆਪਾਂ ਇੱਕ ਜਗ੍ਹਾ 'ਤੇ ਖੜ੍ਹ ਕੇ ਇੱਕ ਲਾਈਨ ਬਣੀ ਹੁੰਦੀ ਹੈ ਜਿੱਥੋਂ ਆਪਾਂ ਟੇਕ ਆਫ ਕਰਨਾ, ਬਿਲਕੁਲ ਨਾ ਆਪਾਂ ਪਿੱਛੋਂ ਸਟਾਰਟ ਲੈਣਾ, ਇੱਕੋ ਜਗ੍ਹਾ ਤੋਂ ਜੰਪ ਲਗਾਉਣਾ ਵਾ। ਆਪਾਂ ਕਿੱਥੋਂ ਤੱਕ ਜਾਂਦੇ ਹਾਂ ਉਹਦੀ ਮੇਜਰਮੈਂਟ ਕਰਦੇ ਆ। ਇੱਕ ਹੁੰਦਾ ਜੀ ਜਿਗਜੈਗ ਰਨ। ਜਿਗਜੈਗ ਰਨ ਕੀ ਹੁੰਦਾ ਵਾ? 2 ਲਾਈਨਾਂ ਬਣੀਆਂ ਹੁੰਦੀਆਂ, ਉਹਦੇ ਵਿਚਾਲੇ ਆਪਾਂ ਭੱਜਣਾ ਹੁੰਦਾ, ਜਿਗਜੈਗ ਰਨ। ਥਰਡ ਹੈਗਾ ਜੀ ਮੈਡੀਸਨ ਬਾਲ ਪੁੱਟ। ਇਹਦੇ ਵਿੱਚ ਕੀ ਆ, ਬॉयज़ ਲਈ 3 ਕਿਲੋ ਦੀ ਹੁੰਦੀ ਮੈਡੀਸਨ ਬਾਲ। ਆਮ ਤੌਰ 'ਤੇ ਤੁਸੀਂ ਜਿਮ ਵਗੈਰਾ 'ਚ ਵੇਖੋਗੇ ਮੈਡੀਸਨ ਬਾਲ ਹੁੰਦੀ ਆ, ਅਤੇ ਜਿਹੜੀ ਗਰਲਜ਼ ਵਾਸਤੇ ਹੁੰਦੀ ਆ 1 kg ਦੀ ਹੁੰਦੀ ਆ। ਹੁਣ ਬੇਟਾ ਸਭ ਤੋਂ ਪਹਿਲਾਂ ਐਡਮਿਨਿਸਟ੍ਰੇਸ਼ਨ ਆਫ ਟੈਸਟ, ਪਹਿਲਾਂ ਜੀ ਸਟੈਂਡਿੰਗ ਬੋਰਡ ਜੰਪ। ਸਟੈਂਡਿੰਗ ਬੋਰਡ ਜੰਪ ਦੇ ਵਿੱਚ ਜਿਹੜਾ ਦਾ ਪਰਪਸ ਹੈ ਕੀ ਆ? ਟੂ ਮੈਜ਼ਰ ਐਕਸਪਲੋਸਿਵ ਪਾਵਰ ਆਫ ਲੈਗਸ, ਵੀ ਜਿਹੜੀ ਆਪਣੀਆਂ ਲੈਗਸ ਦੀ ਪਾਵਰ ਆ, ਐਕਸਪਲੋਸਿਵ ਪਾਵਰ, ਉਹਨੂੰ ਚੈੱਕ ਕਰਨਾ ਵਾ। ਇਹਦਾ ਪਰਪਸ ਆ। ਓਬਜੈਕਟਿਵ ਹੁੰਦਾ ਜੀ ਟੂ ਪਰਫੋਰਮ ਹੌਰੀਜ਼ੈਂਟਲ ਜੰਪ ਐਜ਼ ਫਾਰ ਐਜ਼ ਪੋਸੀਬਲ, ਵੀ ਹੌਰੀਜ਼ੈਂਟਲ ਜੰਪ ਲਾਉਣਾ ਵਾ ਆਪਾਂ ਜਿੰਨਾ ਆਪਣੇ ਤੋਂ ਪੋਸੀਬਲ ਹੋ ਸਕਦਾ, ਜ਼ਿਆਦਾ ਤੋਂ ਜ਼ਿਆਦਾ। ਨੈਕਸਟ ਹੈਗਾ ਜੀ ਇਕੁਇਪਮੈਂਟ। ਇਹਦੇ ਵਿੱਚ ਮੈਟ ਚਾਹੀਦਾ ਆਪਾਂ ਨੂੰ। ਸੈਕਿੰਡ ਫਲੋਰ ਔਰ ਆਊਟਡੋਰ ਜੰਪਿੰਗ ਪਿਟ। ਥਰਡ ਟੇਪ ਮੇਜਰਿੰਗ ਟੇਪ। ਇਹਦੇ 'ਚ ਬੇਟਾ ਅੱਗੇ ਆ ਗਿਆ ਜੀ ਪ੍ਰੋਸੀਜਰ। ਪ੍ਰੋਸੀਜਰ ਦੇ ਵਿੱਚ ਫਸਟ ਹੈਗਾ ਜੀ ਸਟੂਡੈਂਟ ਟੇਕ ਆਫ ਲਾਈਨ ਦੇ ਪਿੱਛੇ ਖੜ੍ਹਾ ਹੋਵੇਗਾ, ਦੋਨੋਂ ਫੀਟ ਨੂੰ ਸਲਾਈਟਲੀ ਅਪਾਰਟ ਰੱਖਣਾ ਅਤੇ ਪੈਰਲਲ ਅਪਾਰਟ ਈਚ 'ਤੇ ਖੜ੍ਹੇ ਹੋਣਾ। ਮਤਲਬ ਕਿ ਤੁਸੀਂ ਲਾਈਨ ਦੇ ਪਿੱਛੇ ਖੜ੍ਹੇ ਹੋਣਾ, ਤੁਹਾਡੇ ਪੈਰ ਹਲਕੇ ਜਿਹੇ ਥੋੜ੍ਹੇ ਜਿਹੇ ਬਾਹਰ ਹੋਣਗੇ, ਜ਼ਿਆਦਾ ਨਹੀਂ, ਬਾਕੀ ਬਰਾਬਰ ਰਹਿਣਗੇ। ਉਸ ਤੋਂ ਬਾਅਦ ਮਾਰਕਡ ਲਾਈਨ ਦੇ ਨੇੜੇ ਖੜ੍ਹੇ ਹੋਣਾ ਅਤੇ ਫੀਟ ਕਲੋਜ਼ ਹੋਣੇ ਚਾਹੀਦੇ ਆ। ਸੈਕਿੰਡ ਇਹਦੇ ਵਿੱਚ ਸਟੂਡੈਂਟ ਫਿਰ ਫਾਰਵਰਡ ਬੈਂਡ ਹੋ ਜਾਵੇਗਾ, ਆਰਮਸ ਪਿੱਛੇ ਨੂੰ ਸਵਿੰਗ ਕਰਨਗੀਆਂ। ਦੋਵੇਂ ਨੀਜ਼ ਨੂੰ ਬੈਂਡ ਕਰੋ ਅਤੇ ਮੋਮੈਂਟਮ ਪ੍ਰਾਪਤ ਕਰਨ ਲਈ, ਜੰਪ ਦੇ ਲਈ ਮੋਮੈਂਟਮ ਪ੍ਰਾਪਤ ਕਰਨ ਲਈ ਜੰਪ ਨੀਜ਼ ਨੂੰ ਐਕਸਟੈਂਡ ਕਰਕੇ ਆਰਮਸ ਨੂੰ ਫਾਰਵਰਡ ਸਵਿੰਗ ਕਰੋ। ਫਾਰਵਰਡ ਡਰਾਈਵ ਵਿੱਚ ਡਰਾਈਵ ਪ੍ਰੋਵਾਈਡ ਕਰਨ ਲਈ ਹੀ ਸ਼ੀ ਨੇ ਨੀਜ਼ ਨੂੰ ਬੈਂਡ ਕਰੋ ਅਤੇ ਜੰਪ ਨੂੰ ਪਹਿਲਾਂ ਆਰਮਸ ਨੂੰ ਸਵਿੰਗ ਕਰਨਾ ਪੈਂਦਾ। ਹੁਣ ਜਦੋਂ ਬੇਟਾ ਤੁਸੀਂ ਜੰਪ ਲਾਉਣਾ ਵਾ, ਪੂਰੀ ਪਾਵਰ ਨਾਲ ਪਹਿਲਾਂ ਥੱਲੇ ਬੈਠੋਗੇ, ਥੱਲੇ ਬੈਠ ਕੇ ਫਿਰ ਜੰਪ ਲਈ ਉੱਪਰ ਨੂੰ ਉੱਠੋਗੇ। ਉਹਦੇ ਨਾਲ ਕੀ ਹੁੰਦਾ ਵਾ, ਤੁਹਾਡੀਆਂ ਜਿਹੜੀਆਂ ਆਰਮਸ ਆ ਉਹ ਹਵਾ ਦੇ ਵਿੱਚ ਪਿੱਛੇ ਨਹੀਂ ਜਾਣਗੀਆਂ, ਤੁਹਾਡੀ ਬਾਡੀ ਨੂੰ ਅੱਗੇ ਨੂੰ ਧੱਕਣਗੀਆਂ। ਉਸ ਤੋਂ ਬਾਅਦ ਟੇਕ ਆਫ ਕਰਨ ਤੋਂ ਬਾਅਦ ਫਿਰ ਲੈਂਡਿੰਗ ਕਰਨੀ ਹੁੰਦੀ ਹੈ। ਲੈਂਡਿੰਗ ਬਿਲਕੁਲ ਸਿੱਧੀ ਹੋਣੀ ਚਾਹੀਦੀ ਹੈ, ਸਟੀਕ ਹੋਣੀ ਚਾਹੀਦੀ ਹੈ। ਹੁਣ ਬੇਟਾ ਇਹਦੇ ਵਿੱਚ ਸਕੋਰ ਆ ਗਿਆ ਜੀ। ਸਕੋਰ ਦੇ ਵਿੱਚ ਤੁਹਾਡੀ ਟੇਕ ਆਫ ਕਿਵੇਂ ਹੁੰਦਾ, ਤੁਹਾਡਾ ਬੈਸਟ 3 ਅਟੈਂਪਟਸ ਮਿਲਦੇ ਆ ਟੇਕ ਆਫ ਲਈ, ਅਤੇ ਲਾਸਟ 'ਤੇ ਤੁਸੀਂ ਵੇਖਣਾ ਹੁੰਦਾ ਵਾ ਵੀ ਕਿੰਨੇ ਤੁਹਾਡੀ ਹੀਲ ਜਿੱਥੇ ਟੱਚ ਹੁੰਦੀ ਆ ਉੱਥੋਂ ਤੱਕ ਕੀ ਮੇਜਰਮੈਂਟ ਨਿਕਲਦੀ ਆ, ਜਿੱਥੋਂ ਤੁਸੀਂ ਜੰਪ ਲਾਇਆ ਟੇਕ ਆਫ ਲਾਈਨ, ਅਤੇ ਜਿੱਥੇ ਤੁਹਾਡੀ ਹੀਲ ਟੱਚ ਹੁੰਦੀ ਹੈ ਜਿਸ ਜਗ੍ਹਾ 'ਤੇ, ਉਹ ਤੱਕ। ਇਹਨੂੰ ਕਹਿੰਦੇ ਆ ਜੀ ਸਟੈਂਡਿੰਗ ਬੋਰਡ ਜੰਪ। ਨੈਕਸਟ ਆ ਗਿਆ ਬੇਟਾ ਜੀ ਜਿਗਜੈਗ ਰਨ। ਜਿਗਜੈਗ ਰਨ ਦੇ ਵਿੱਚ ਪਰਪਸ ਕੀ ਹੁੰਦਾ ਵਾ? ਸਪੀਡ ਅਤੇ ਐਜਿਲਿਟੀ, ਮਤਲਬ ਤੁਹਾਡੀ ਸਪੀਡ ਵੇਖਣੀ ਹੈ ਅਤੇ ਫੁਰਤੀ ਵੇਖਣੀ ਹੈ ਤੁਹਾਡੇ 'ਚ ਕਿੰਨੀ ਕੁ ਹੈਗੀ ਹੈ। ਸੈਕਿੰਡ ਓਬਜੈਕਟਿਵ ਇਹਦਾ ਕੀ ਹੁੰਦਾ? ਟੂ ਕੰਪਲੀਟ ਏ ਜ਼ਿਗਜ਼ੈਗ ਪਾਥ ਐਜ਼ ਫਾਸਟ ਐਜ਼ ਪੋਸੀਬਲ, ਜਿੰਨਾ ਫਾਸਟ ਹੋ ਸਕੇ ਉਸ ਪਾਥ ਨੂੰ ਆਪਾਂ ਕੰਪਲੀਟ ਕਰਨਾ। ਇਕੁਇਪਮੈਂਟ 'ਚ ਸਟੋਪ ਵਾਚ ਹੁੰਦੇ ਆ। 5 ਆਬਸਟੀਕਲ ਜਿਹੜੇ ਤੁਹਾਨੂੰ ਡਾਇਗਰਾਮ 'ਚ ਦਿਸ ਰਹੇ ਆ, ਇਹ ਆਬਸਟੀਕਲ ਹੁੰਦੇ ਨੇ। ਉਸ ਤੋਂ ਬਾਅਦ ਕੋਨ ਐਂਡ ਸਪੇਸ ਆਫ 60 × 10 ਫੀਟ, ਮਤਲਬ ਕਿ ਇੱਕ ਪਾਸੇ 16 ਹੁੰਦੀ, ਇੱਕ ਪਾਸੇ 10 ਫੀਟ ਹੁੰਦੀ ਹੈ ਇਹਦੀ ਆਪਸ 'ਚ। ਪ੍ਰੋਸੀਜਰ ਦੇ ਵਿੱਚ ਤੁਸੀਂ ਕਰਨਾ, ਇੱਕ ਸਟਾਰਟਿੰਗ ਲਾਈਨ ਬਣੀ ਹੋਈ ਹੈ ਬੇਟਾ, ਤੁਹਾਨੂੰ ਇਹ ਲਾਈਨਾਂ ਤੋਂ ਕਲੀਅਰ ਹੋ ਜਾਊਗਾ। ਸਟਾਰਟਿੰਗ ਲਾਈਨ ਤੋਂ ਭੱਜ ਕੇ ਅਖੀਰ ਤੁਸੀਂ ਆਪਣੀ ਫਿਨਿਸ਼ਿੰਗ ਲਾਈਨ 'ਤੇ ਤੁਸੀਂ ਪਹੁੰਚਣਾ ਵਾ। ਇਹ ਸਾਰੀਆਂ ਜਿੰਨੇ ਆਬਸਟੀਕਲ ਹੈਗੇ ਆ ਉਹਨਾਂ ਦੇ ਕੋਲ ਦੀ ਹੋ ਕੇ ਆਪਾਂ ਪਹੁੰਚਣਾ ਹੁੰਦਾ ਵਾ। ਇਹਦੇ ਵਿੱਚ ਬੇਟਾ ਜਿਹੜੀ ਸਕੋਰਿੰਗ ਹੁੰਦੀ ਹੈ, ਇਹੀ ਸਕੋਰਿੰਗ ਹੁੰਦੀ ਹੈ ਵੀ ਕਿੰਨੇ ਸੈਕਿੰਡ ਦੇ ਵਿੱਚ ਤੁਸੀਂ ਕੰਪਲੀਟ ਕਰਦੇ ਹੋ। ਅਤੇ
कि कोई पैटर्न तुहाडा गलत तो नहीं हो गया। पैटर्न बिल्कुल सही यूज़ करना पैंदा वा। जिवें तुहाडे लाइनां बणीਆਂ होईਆਂ ने, तीर दे निशान एरो दे निशान बने हुए ने, उसे पैटर्न नाल चलना पैंदा। एक डायग्राम ते देखोगे स्टार्ट पॉइंट लिखिਆ है, स्टार्ट तो आपां जाना, उस तो बाद एरो बने हुए ने लाइन के उपर, किस तरह आप जाना, ये फिनिश करके जाना। एक दे उपरों दी होके सारे ऑब्सटिकल के उपर दी होके आपां रेस कंप्लीट करनी होंदी आ। उस तो बाद बेटा लास्ट हैगा जी मैडिसन बाल पुट। ਇਹਦੇ ਵਿੱਚ ਕੀ ਹੁੰਦਾ बेटा, ਇਹਦਾ ਪਰਪਸ ਹੈਗਾ ਵਾ स्ट्रेंथ, पावर, एजिलिटी, कोआर्डीनेशन, स्पीड ਤੇ बैलेंस। ਇਹਦੇ ਵਿੱਚ ਸਾਰਾ ਕੁਝ ਹੀ ਚੈੱਕ ਹੋ ਜਾਂਦਾ, ਬਟ ਪੰਜੇ ਚਾਰੇ ਚੀਜ਼ਾਂ ਹੀ। ऑब्जेक्टिव हैगा जी टू थ्रू द मैडिसन बाल एज फार एज पॉसीबल, भी थ्रो करनी है मैडिसन बाल जितों तक ज़्यादा तो ज़्यादा तुसीं दूर पहुँचा सकते हो। इक्विपमेंट होंदे मैडिसन बाल बॉयज़ ਲਈ 3 kg ਦਾ ਹੁੰਦਾ ਵਾ, गर्ल्स ਲਈ 1 kg ਦਾ ਹੁੰਦਾ ਵਾ, ਤੇ ਇੱਕ ਮਾਇਰਿੰਗ ਟੇਪ ਚਾਹੀਦੀ ਆ। ਜਿੱਥੋਂ ਤੱਕ ਆਪਣੀ ਬਾਲ ਆਪਾਂ ਥਰੋ ਕਰਕੇ ਪਹੁੰਚਾਈ ਆ, ਉੱਥੋਂ ਤੱਕ ਆਪਾਂ ਉਸ ਟੇਪ ਨਾਲ ਆਪਾਂ ਮੇਜਰ ਕਰਨਾ ਵਾ। ਪ੍ਰੋਸੀਜਰ ਇਹਦੇ ਵਿੱਚ ਹੁੰਦਾ ਵਾ बेटा, 2 ਲਾਈਨਾਂ ਬਣੀਆਂ ਹੁੰਦੀਆਂ ਵਾ, ਉਸ ਲਾਈਨ ਦੇ ਵਿੱਚ ਹੀ ਰਹਿਣਾ ਆਪਾਂ। ਉਸ ਲਾਈਨ ਦੇ ਵਿੱਚ ਜਿਸ ਤਰ੍ਹਾਂ ਆਪਾਂ ਸ਼ਾਰਟ ਪੁੱਟ ਸੁੱਟਦੇ ਹਾਂ, ਉਸੇ ਪੋਜੀਸ਼ਨ ਜੀ ਸੁੱਟਣਾ ਹੁੰਦਾ ਵਾ। ਆਪਾਂ ਆਪਣੀ ਹਥੇਲੀ 'ਤੇ ਮੈਡੀਸਨ ਬਾਲ ਰੱਖ ਕੇ ਉਹਨੂੰ ਸ਼ੋਲਡਰ ਦੇ ਕੋਲੇ ਰੱਖਣਾ ਵਾ, ਨੈਕ ਦੇ ਨਾਲ ਲਾ ਕੇ। ਉਸ ਤੋਂ ਬਾਅਦ ਆਪਾਂ ਪੂਰੀ ਪਾਵਰ ਨਾਲ ਸ਼ੋਲਡਰ ਨੂੰ ਪੁਸ਼ ਕਰਨਾ ਵਾ, ਮੈਡੀਸਨ ਬਾਲ ਨੂੰ ਪੁਸ਼ ਕਰਨਾ ਵਾ, ਜਿੰਨਾ ਦੂਰ ਹੋ ਸਕੇ ਆਪਾਂ ਸੁੱਟਣਾ ਵਾ। ਇਹਦੇ ਵਿੱਚ ਸਕੋਰਿੰਗ ਬਿਲਕੁਲ ਕਲੀਅਰ ਆ ਵੀ ਸਕੋਰਿੰਗ ਕਿਸ ਤਰ੍ਹਾਂ ਹੋਵੇਗੀ। ਸਕੋਰਿੰਗ ਇਹ ਆ ਜਿੰਨੇ ਫੀਟ ਤੁਸੀਂ ਦੂਰ ਸੁੱਟੋਗੇ ਉਸ ਉਨੀ ਤੁਹਾਡੇ ਇਹ ਸਕੋਰ ਹੋਏਗਾ। ਇੱਕ ਇਹਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਇਹ ਹੁੰਦੀ ਆ ਵੀ ਤੁਹਾਡਾ ਐਂਗਲ ਕੀ ਬਣਦਾ ਮੈਡੀਸਨ ਬਾਲ ਦਾ, ਕਿਉਂਕਿ ਜੇ ਤੁਸੀਂ ਸ਼ਾਰਟ ਪੁੱਟ ਖੇਡਦੇ ਹੋ ਜਾਂ ਤੁਸੀਂ ਮੈਡੀਸਨ ਬਾਲ ਥਰੋ ਕਰਦੇ ਹੋ, ਤੁਹਾਨੂੰ ਐਂਗਲ 95 ਡਿਗਰੀ 'ਤੇ ਹੋਣਾ ਚਾਹੀਦਾ ਵਾ। ਜੇ ਉਸ ਤੋਂ ਉੱਪਰ ਜਾਂ ਥੱਲੇ ਹੋਏਗਾ ਤਾਂ ਤੁਸੀਂ ਘੱਟ ਤੋਂ ਘੱਟ ਦੂਰੀ ਤੈਅ ਕਰੋਗੇ। 95 ਡਿਗਰੀ ਐਂਗਲ 'ਤੇ ਸਭ ਤੋਂ ਜ਼ਿਆਦਾ ਦੂਰੀ ਤੈਅ ਹੁੰਦੀ ਹੈ। ਹਾਂਜੀ ਬੇਟਾ, ਅੱਗੇ ਆ ਗਿਆ 6.3 ਮੇਜਰਮੈਂਟ ਆਫ ਕਾਰਡੀਓਵੈਸਕੂਲਰ ਫਿਟਨੈਸ, ਹਾਰਵਰਡ ਸਟੈਪ ਟੈਸਟ ਅਤੇ ਰੌਕਪੋਰਟ ਟੈਸਟ। ਇਹ 2 ਹੁੰਦੇ ਆ ਬੇਟਾ। ਪਹਿਲਾਂ ਆਪਾਂ ਕਰਨਾ ਜੀ ਹਾਰਵਰਡ ਸਟੈਪ। ਪਹਿਲਾਂ ਇਹਦੀ ਕਰ ਲਈਏ ਕਾਰਡੀਓਵੈਸਕੂਲਰ ਫਿਟਨੈਸ ਹੁੰਦੀ ਕੀ ਆ। ਇਹ ਹਾਰਟ ਐਂਡ ਲੰਗਸ ਦੀ ਵਰਕਿੰਗ, ਮਸਲ ਟਿਸ਼ੂ ਨੂੰ ਆਕਸੀਜਨ ਨਾਲ ਰਿਚ ਬਲੱਡ ਸਪਲਾਈ ਕਰਨ ਦੀ ਐਬਿਲਿਟੀ ਐਂਡ ਮੂਵਮੈਂਟ ਲਈ ਐਨਰਜੀ ਪ੍ਰੋਡਿਊਸ ਕਰਨ ਲਈ ਮਸਲ ਦੀ ਆਕਸੀਜਨ ਦੀ ਯੂਜ਼ ਦੀ ਐਬਿਲਿਟੀ ਹੈ। ਇਸ ਤੋਂ ਬਾਅਦ ਆ ਗਿਆ ਜੀ ਹਾਰਵਰਡ ਸਟੈਪ ਟੈਸਟ। ਹਾਰਵਰਡ ਸਟੈਪ ਟੈਸਟ ਦੇ ਵਿੱਚ ਹਾਰਵਰਡ ਸਟੈਪ ਟੈਸਟ ਐਰੋਬਿਕ ਫਿਟਨੈਸ ਦਾ ਇੱਕ ਟੈਸਟ ਹੈ ਜੋ ਬਰੋਚਾ ਐਂਡ ਹਿਜ਼ ਐਸੋਸੀਏਟ ਵੱਲੋਂ ਡਿਵੈਲਪ ਕੀਤਾ ਗਿਆ। ਸੈਕਿੰਡ ਵਰਲਡ ਵਾਰ ਦੇ ਦੌਰਾਨ ਹਾਰਵਰਡ ਫਟੀਕ ਲੈਬੋਰੇਟਰੀਜ਼ ਵਿੱਚ ਕਾਲਜ ਸਟੂਡੈਂਟ 'ਤੇ ਕੀਤਾ ਗਿਆ ਸੀ। ਇਹ ਆਸਾਨੀ ਨਾਲ ਅਵੇਲੇਬਲ ਐਂਡ ਇਨਐਕਸਪੈਂਸਿਵ ਇਕਵਿਪਮੈਂਟ ਦੀ ਵਰਤੋਂ ਕਰਕੇ ਹਿਊਮਨ ਦੇ ਕਾਰਡੀਓਵੈਸਕੂਲਰ ਐਂਡਿਓਰੈਂਸ ਨੂੰ ਮੇਜਰ ਕਰਨ ਲਈ ਇੱਕ ਬਹੁਤ ਹੀ ਸਿੰਪਲ ਐਂਡ ਪ੍ਰੋਮਿਸਿੰਗ ਕਰਨ ਵਾਲਾ ਫੀਲਡ ਟੈਸਟ ਹੈ। ਹੁਣ ਬੇਟਾ ਇਹਦੇ ਵਿੱਚ ਇਹਦਾ ਪਰਪਸ ਕੀ ਹੈ? ਸਭ ਤੋਂ ਪਹਿਲਾਂ ਇਹ ਆਪਾਂ ਟੂ ਮੇਜਰ ਕਾਰਡੀਓਵੈਸਕੂਲਰ ਐਂਡਿਓਰੈਂਸ। ਸੈਕਿੰਡ ਹੈਗਾ ਜੀ ਇਕਵਿਪਮੈਂਟ ਐਂਡ ਰਿਕੁਆਇਰਮੈਂਟ, ऑब्जेक्टिव हैगा जी टू परफॉर्म स्टैप टेस्ट कंटिन्यूसली विदाउट ब्रेक फॉर 5 मिनट। 5 मिनट लगातार ਆਪਾਂ परफॉर्म करना होंदा इस टैसट ਨੂੰ और अनटिल एग्जास्टड। इक्विपमेंट ਦੇ ਵਿੱਚ ਬੇਟਾ ਜਿਹੜੇ ਆ ਜਾਂਦੇ ਸਟੈਪ ਔਰ ਪਲੇਟਫਾਰਮ 20 ਇੰਚ, ਜਿਹਦੇ ਉੱਪਰ ਆਪਾਂ ਸਟੈਪ ਕਰਨੇ ਆ। ਇੱਕ ਤੁਹਾਡੇ ਕੋਲ ਡਾਇਗਰਾਮ ਬਣੀ ਹੋਈ ਹੈ, ਫਿਗਰ ਬਣੀ ਹੋਈ ਹੈ ਹਾਰਵਰਡ ਸਟੈਪ ਟੈਸਟ ਦੀ। ਇੱਕ ਇਹ ਸਟੈਪ ਆ, ਇਹ 20 ਇੰਚਿਸ ਦਾ ਹੁੰਦਾ ਵਾ। 50.8 ਸੈਂਟੀਮੀਟਰ ਹਾਈ। ਸਟੋਪ ਵਾਚ ਚਾਹੀਦੀ ਆ, ਮੈਟਰੋਮੋਨ ਅਤੇ ਸਿਡਨਸ ਟੇਪ ਚਾਹੀਦੀ ਆ, ਜਿਹਦੇ 'ਤੇ ਆਪਾਂ ਮੇਜਰ ਕਰਨਾ ਵਾ। ਉਸ ਤੋਂ ਬਾਅਦ ਇਹਦਾ ਪ੍ਰੋਸੀਜਰ ਆ ਜਾਂਦਾ ਬੇਟਾ, ਐਥਲੀਟ 10 ਮਿੰਟ ਲਈ ਵਾਰਮਅਪ ਕਰਦਾ ਹੈ। ਪਹਿਲਾਂ ਸਭ ਤੋਂ ਵਾਰਮਅਪ ਦਾ ਮਤਲਬ ਹੁੰਦਾ ਬੋਡੀ ਨੂੰ ਗਰਮ ਕਰਨਾ। ਫਿਰ ਸੈਕਿੰਡ ਆ ਗਿਆ ਜੀ ਟੈਸਟਰ ਗੋ ਦੀ ਕਮਾਂਡ ਦਿੰਦਾ ਹੈ। ਜਿਹੜਾ ਟੈਸਟ ਲੈ ਰਿਹਾ ਵਾ ਉਹ ਗੋ ਦੀ ਕਮਾਂਡ ਦਿੰਦਾ ਅਤੇ ਸਟੋਪ ਵਾਚ ਸਟਾਰਟ ਕਰਦਾ। ਐਥਲੀਟ 5 ਮਿੰਟ ਔਰ 30 ਸਟੈਪ ਪਰ ਮਿੰਟ ਰੇਟ ਨਾਲ ਸਟੈਪ ਔਰ ਪਲੇਟਫਾਰਮ 'ਤੇ ਅਪ ਐਂਡ ਡਾਊਨ ਹੁੰਦਾ ਹੈ।
ਐਗਜ਼ਾਸਟਡ ਨੂੰ ਇਸ ਤਰ੍ਹਾਂ ਡਿਫਾਈਨ ਕੀਤਾ ਜਾਂਦਾ ਹੈ ਜਦੋਂ ਐਥਲੀਟ ਸਟੈਪਿੰਗ ਰੇਟ ਨੂੰ 50 ਸੈਕਿੰਡ ਲਈ ਮੇਨਟੇਨ ਨਹੀਂ ਕਰ ਸਕਦਾ। ਨੰਬਰ 4 ਟੈਸਟਰ 1 to 1.5 ਮਿੰਟ ਬਾਅਦ ਐਥਲੀਟ ਦੇ ਹਾਰਟ ਰੇਟ ਨੂੰ ਮੇਜਰ ਕੀਤਾ ਜਾਂਦਾ ਹੈ। ਇਹ ਬੇਟਾ 3 ਪਲਸਾਂ ਲਈਆਂ ਜਾਂਦੀਆਂ। ਪਹਿਲੀ ਪਲਸ ਹੁੰਦੀ ਆ 1 to 1.5 ਮਿੰਟ 'ਤੇ, 1 ਤੋਂ 1.5 ਮਿੰਟ ਦੇ ਵਿਚਾਲੇ। ਦੂਸਰੀ 2 ਤੋਂ 2.5 ਮਿੰਟ ਦੇ ਵਿਚਾਲੇ। ਅਤੇ ਤੀਸਰੀ ਜਿਹੜੀ ਆਪਾਂ ਪਲਸ ਰੇਟ ਲੈਣੀ ਆ ਉਹ 3 ਅਤੇ 3 ਤੋਂ 3 ਐਂਡ 3.5 ਤੋਂ ਬਾਅਦ। ਇਹਦੇ ਵਿੱਚ ਹਾਰਟ ਰੇਟ ਚੈੱਕ ਕੀਤਾ ਜਾਂਦਾ ਵਾ ਪਲੇਅਰ ਦਾ, ਐਥਲੀਟ ਦਾ। ਇਹ ਟੈਸਟ ਦੇ ਲੌਂਗ ਫਾਰਮ ਲਈ ਟੈਸਟਰ ਐਥਲੀਟ ਦੇ ਹਾਰਟ ਰੇਟ ਨੂੰ ਮੇਜਰ ਕਰਦਾ ਹੈ। ਟੈਸਟ ਖ਼ਤਮ ਕਰਨ ਤੋਂ ਬਾਅਦ 2 ਐਂਡ 2.5 ਮਿੰਟ ਵਿਚਕਾਰ ਪਲਸ 2 ਲਈ ਜਾਂਦੀ ਹੈ। ਨੰਬਰ 7 ਟੈਸਟਰ 3 to 3.5 ਮਿੰਟ ਬਾਅਦ ਐਥਲੀਟ ਦੇ ਹਾਰਟ ਰੇਟ ਨੂੰ ਮੇਜਰ ਕਰਦਾ ਹੈ। ਅਤੇ ਫਿਨਿਸ਼ਿੰਗ ਦਾ ਟੈਸਟ ਪਲਸ 3, 3 ਪਲਸਾਂ ਆ ਜਾਂਦੀਆਂ ਜੀ। ਉਸ ਤੋਂ ਬਾਅਦ ਬੇਟਾ ਇਹਦੀ ਸਕੋਰਿੰਗ ਕਿਵੇਂ ਕੱਢੀ ਜਾਂਦੀ ਹੈ ਹਾਰਵਰਡ ਸਟੈਪ ਟੈਸਟ ਦੀ। ਇਹਦਾ ਇੱਕ ਫਾਰਮੂਲਾ ਲੱਗਦਾ ਵਾ ਫਿਟਨੈਸ ਇੰਡੈਕਸ, ਜਿਹਨੂੰ ਸ਼ਾਰਟ ਟਰਮ ਕਹਿੰਦੇ ਆ। 100 into ਟੈਸਟ ਡਿਊਰੇਸ਼ਨ ਇਨ ਸੈਕਿੰਡ, ਜਿਹਨੀ ਡਿਊਰੇਸ਼ਨ ਨਿਕਲੀ ਹੈ ਸੈਕਿੰਡ ਦੀ, ਬਟਾ 5.5 into ਪਲਸ ਕਾਊਂਟ ਬਿਟਵੀਨ 1 and 1.5 ਮਿੰਟ, ਜਿੰਨੀ ਇਹ ਨਿਕਲੀ ਟੋਟਲ। ਉਸ ਤੋਂ ਬਾਅਦ ਫਿਟਨੈਸ ਇੰਡੈਕਸ ਲੌਂਗ ਫਾਰਮ ਦੇ ਵਿੱਚ 100 into ਟੈਸਟ ਡਿਊਰੇਸ਼ਨ ਇਨ ਸੈਕਿੰਡਸ। ਉਸ ਤੋਂ ਬਾਅਦ ਆ ਗਿਆ ਜੀ 2 into ਸਮ ਆਫ ਹਾਰਟ ਬੀਟ ਇਨ ਦਾ ਰਿਕਵਰੀ ਪੀਰੀਅਡ। ਇਹ 2 ਹੁੰਦੀਆਂ ਜੀ ਫਾਰਮਸ ਜਿਹਦੇ ਤੋਂ ਆਪਾਂ ਪਤਾ ਲਾ ਸਕਦੇ ਹਾਂ ਆਪਣੀ ਹਾਰਟ ਬੀਟ ਕਿਸ ਰੇਟ ਤੱਕ ਪਹੁੰਚਦੀ ਆ। ਇੱਕ ਫਿਟਨੈਸ ਇੰਡੈਕਸ ਸਕੋਰ ਦਿੱਤਾ ਹੋਇਆ ਵਾ, ਉਹ ਵੀ ਤੁਸੀਂ ਦੇਖ ਲਿਓ ਜੀ। ਜਿਹਨੂੰ ਮੇਲ ਨੂੰ ਕਹਿੰਦੇ ਜੀ 90 ਤੋਂ ਥੱਲੇ ਐਕਸੀਲੈਂਟ ਹੋ ਜਾਂਦਾ, 80 ਤੋਂ 90 ਵਿਚਾਲੇ ਗੁੱਡ, 65 to 79 ਦੇ ਵਿੱਚ ਐਵਰੇਜ, 55 to 65 ਦੇ ਵਿੱਚ ਬਿਲੋ ਐਵਰੇਜ, 55 ਅਤੇ ਪੂਅਰ ਕਹਿੰਦੇ ਆ ਜੀ। ਇਹ ਇੱਕ ਇਹਦੀ ਸਕੋਰ ਕਾਰਡ ਹੈਗਾ ਵਾ।